तो हुण गल करदे हां डेरा सच्चा सौदा दी साबका समर्थक वीरपाल कौर इंसा दी, जिस दे वड्डे झूठ दा पर्दाफाश होया है। दरअसल वीरपाल इंसा ने सुखबीर बादल ते जो इल्जाम लाए ओ कोरे झूठ सन। वीरपाल इंसा ने खुद कबूल किया है कि इन्हां इल्जामां नूं लैके उसदे कोल कोई सबूत नहीं है, यानी कि मतलब साफ है कि वीरपाल इंसा ने सिर्फ सुनी सुनाई गल नूं लैके वड्डे इल्जाम मढ़ दित्ते। ਤੁਸੀਂ ਇੱਕ ਚੀਜ਼ ਨਾ ਕਹਿੰਦੇ ਰਹੋ ਕਿ ਅਸੀਂ ਸਬੂਤ ਪੇਸ਼ ਕਰਾਂਗੇ, ਤੱਥ ਪੇਸ਼ ਕਰਾਂਗੇ। ਉਹ ਤੱਥ ਉਹ ਸਬੂਤ ਤੁਹਾਡੇ ਕੋਲੇ ਹੈਗੇ ਨੇ ਕਿ ਜਿਹੜੀ ਐਡਰੈਸ ਹੈ ਜਿਹਨੂੰ ਲੈ ਕੇ ਤੁਸੀਂ ਦਾਵਾ ਠੋਕਤਾ ਕਿ ਵਾਕਈ ਤੁਹਾਡੇ ਕੋਲੇ ਐਸੇ ਤੱਥ ਹੈਗੇ ਨੇ ਤਾਂ ਤੁਸੀਂ ਪੇਸ਼ ਕਰ ਸਕਦੇ ਹੋ। ਨਹੀਂ ਸੁਣਿਆ ਤੁਸੀਂ, ਡਰੈਸ ਵਿਵਾਦ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਨ ਵਾਲੀ, ਅਕਾਲੀ ਦਲ ਤੇ ਸਵਾਲ ਚੁੱਕਣ ਵਾਲੀ ਵੀਰਪਾਲ ਕੌਰ ਇੰਸਾ ਦੇ ਕੋਲ ਕੋਈ ਸਬੂਤ ਨਹੀਂ ਹੈ। ਕੋਈ ਸਬੂਤ ਨਹੀਂ ਕਿ ਗੁਰਮੀਤ ਰਾਮ ਰਹੀਮ ਨੂੰ ਡਰੈਸ ਕਿਸਨੇ ਦਿੱਤੀ। ਕੋਈ ਸਬੂਤ ਨਹੀਂ ਕਿ ਅਕਾਲੀ ਦਲ ਤੇ ਉਸਨੇ ਇਲਜ਼ਾਮ ਕਿਵੇਂ ਲਗਾ ਦਿੱਤੇ। ਕੋਈ ਤੱਥ ਨਹੀਂ ਵੀਰਪਾਲ ਕੌਰ ਦੇ ਕੋਲ। ਖੈਰ, ਸੂਬੇ ਦੀ ਸਿਆਸਤ ਨੂੰ ਭਖਾਉਣ ਵਾਲੇ ਮਸਲੇ ਤੇ ਅਸੀਂ ਕੋਸ਼ਿਸ਼ ਕੀਤੀ ਕਿ ਆਖਿਰ ਵੀਰਪਾਲ ਕੌਰ ਦੇ ਵੱਲੋਂ ਡਰੈਸ ਵਿਵਾਦ ਨੂੰ ਕੀਤੇ ਗਏ ਦਾਅਵਿਆਂ ਨੂੰ ਲੈ ਕੇ ਕੋਈ ਸਬੂਤ ਹੈ ਜਾਂ ਨਹੀਂ, ਤੇ ਇਹ ਸਵਾਲ ਲੈ ਕੇ ਅਸੀਂ ਵੀਰਪਾਲ ਕੌਰ ਦੇ ਨਾਲ ਗੱਲ ਕੀਤੀ। ਪਰ ਵੀਰਪਾਲ ਕੌਰ ਦੇ ਕੋਲ ਸਾਡੇ ਸਵਾਲਾਂ ਦੇ ਜਵਾਬ ਨਹੀਂ ਸਨ। ਸਬੂਤ ਮੰਗਣ ਤੇ ਵਾਰ-ਵਾਰ ਗੱਲ ਨੂੰ ਬਸ ਵੀਰਪਾਲ ਕੌਰ ਘੁਮਾਉਂਦੀ ਰਹੀ। YouTube ਤੇ ਬਸ ਸ਼ਸ਼ੀਕਾਂਤ ਦਾ ਨਾਮ ਦੁਹਰਾਉਂਦੀ ਰਹੀ। ਵੀਰਪਾਲ ਦੇ ਨਾਲ ਗੱਲਬਾਤ ਦੌਰਾਨ ਸਾਡਾ ਪਹਿਲਾ ਸਵਾਲ ਸੀ ਕਿ ਵੀਰਪਾਲ ਕੌਰ ਨੇ ਡਰੈਸ ਵਾਲਾ ਬਿਆਨ ਕਿਸ ਆਧਾਰ ਦੇ ਉੱਤੇ ਦਿੱਤਾ। ਤਾਂ ਸੁਣੋ ਕੀ ਕਹਿਣਾ ਸੀ ਵੀਰਪਾਲ ਕੌਰ ਦਾ। ਜਿਹੜਾ ਮੈਂ ਉਸ ਦਿਨ ਨਿਊਜ਼ 18 ਤੇ ਬਿਆਨ ਦਿੱਤਾ ਉਹ ਮੇਰਾ ਬਿਆਨ ਨਹੀਂ ਸੀ ਜੀ। ਮੈਂ ਤਾਂ ਸਿਰਫ ਇਹ ਗੱਲ ਕਹੀ ਸੀਗੀ ਕਿ ਮੈਂ ਨਾ ਮਤਲਬ ਕਿ ਸ਼ਸ਼ੀਕਾਂਤ ਜੀ ਦਾ ਬਿਆਨ ਸੁਣਿਆ ਹੈ। ਤਾਂ ਵੀਰਪਾਲ ਕੌਰ ਤਾਂ ਸਾਫ਼ ਕਹਿ ਰਹੀ ਹੈ ਕਿ ਉਸਨੇ ਉਸ ਦਿਨ ਜੋ ਬਿਆਨ ਦਿੱਤਾ ਉਹ ਤਾਂ ਉਸਦਾ ਸੀ ਹੀ ਨਹੀਂ। यानी वीरपाल अपने बयान तो साफ किनारा करती नजर आ रही है। ते बस एक ही नाम की चर्चा, साबका पुलिस अधिकारी शशिकांत। शशिकांत दे वल्लों इस बयान ते की कहा जा रहा है वो भी तुहानू सुणवावांगे, पर पहला सुनो वीरपाल कौर दा बयान। जदों असीं तत्थां ते गल करनी चाहिए, जदों असीं ड्रैस विवाद ते दिते बयान ते सबूत मंगिया। कोल की ਇਹਦੇ ਬਾਰੇ ਕੋਈ ਸਬੂਤ ਵੀ ਸੀ ਜਾਂ ਫਿਰ ਤੁਸੀਂ ਉਹ ਸੁਣੀ ਸੁਣਾਈ ਗੱਲ ਨੂੰ ਜਿਹੜਾ ਹੈਗਾ ਅੱਗੇ ਪੇਸ਼ ਕਰਤਾ ਆ ਕੇ? ਨਹੀਂ, ਮੈਂ ਤਾਂ ਫਿਰ ਉਦੋਂ ਬਾਅਦ ਸਰਚ ਕੀਤਾ ਨਾ ਜੀ ਉਹਨਾਂ ਦਾ ਮਤਲਬ ਹੈ ਕੀ ਬਿਆਨ ਸੀ, ਵੀ ਜਦੋਂ ਉੱਥੋਂ ਜਦੋਂ ਸੁਣਿਆ ਮੈਂ ਉਹਨਾਂ ਦੇ ਟੀਵੀ ਐਂਕਰ ਤੋਂ ਜੀ। न्यूज़ 18 ने शशिकांत तो भी ड्रैस विवाद ते होए बवाल ते जवाब लैण दी कोशिश कीती ते शशिकांत होरां ने स्पष्ट शब्दां दे विच कह दिता कि उन्हां कदे भी साबका उप मुख्यमंत्री नूं लैके कोई भी बयान नहीं दिता। देखो, जिहड़ा बीबी ने गल कही हैगी है कि ये ड्रैस जिहड़ी हैगी है सुखबीर बादल ने भिजवाई हैगी है जी, ये सरासर झूठ हैगा, मनगणत गल हैगी। इस तरह का बयान मैं कदे नहीं दिता। ड्रैस नूं लैके वीरपाल कौर दे कोल कोई सबूत नहीं, पर तुहानू डेरा मुखी राम रहीम दा एक पुराना बयान सुणवाउंदे हां जिस दे विच ओह दावा कर रहा है कि उसनू यह ड्रैस उसदे किसी मुस्लिम सेवादार दे वल्लों भेजी गई सी। क्योंकि जो हमने गेटअप पहना था वो एक मुस्लिम सज्जन लाए थे कि ये अकबर बादशाह या हुमायूं के टाइम की ड्रेस है, और वो हम 91 से पहनते आ रहे थे। जब भी कोई ले आता था कि उन्होंने बोला कि हमारा फंक्शन है उस पे पहनो, क्योंकि जो हमने गेटअप पहना था वो एक मुस्लिम सज्जन लाए थे कि ये अकबर बादशाह या हुमायूं के टाइम की ड्रेस है, और वो हम 91 से पहनते आ रहे थे। जब भी कोई ले आता था कि उन्होंने बोला कि हमारा फंक्शन है उस पे पहनो। राम रहीम दे वल्लों दिते गए पुराने बयान ते भी असी वीरपाल कौर तो जवाब लैण दी कोशिश की ते डेरा मुखी दे पुराने बयान ते वीरपाल कौर हुण खुद भी कहन लग पई है कि हां बाबा जी ने तां इहो गल कही सी कि मुस्लिम सेवादार दे वल्लों ड्रैस दित्ती गई। डेरा मुखी गुरमीत राम रहीम ਜਿਹੜੇ ਹੁਣ ਜੇਲ੍ਹ ਦੇ ਵਿੱਚ ਹੈ, ਉਸ ਪੁਰਾਣੇ ਜਿਹੜਾ ਉਹਨਾਂ ਉਸ ਵੇਲੇ ਜਦੋਂ ਇਹ ਪੂਰਾ ਵਿਵਾਦ ਹੋਇਆ ਉਦੋਂ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਸੀ। ਉਹ ਤਾਂ ਖੁਦ ਇੰਟਰਵਿਊ ਦੇ ਵਿੱਚ ਕਹਿ ਰਹੇ ਕਿ ਡਰੈਸ ਹੈ ਜਿਹੜੀ ਮੈਨੂੰ ਕਿਸੇ ਮੁਸਲਿਮ ਭਗਤ ਨੇ ਦਿੱਤੀ ਆ। ਤੁਹਾਡਾ ਆਪਣੇ ਗੁਰੂ ਦੇ ਹੀ ਉਲਟ ਬਿਆਨ ਹੈ। ਉਦੋਂ ਤੁਹਾਡੇ ਗੁਰੂ ਨੇ ਖੁਦ ਕਿਹਾ ਜਿਹੜੇ ਸ਼ਖਸ ਨੂੰ ਉਹ ਡਰੈਸ ਮਿਲੀ ਆ ਤਾਂ ਉਹ ਖੁਦ ਕਹਿ ਰਿਹਾ ਕਿ ਮੈਨੂੰ ਤਾਂ ਇਹ ਡਰੈਸ ਕਿਸੇ ਮੇਰੇ ਮੁਸਲਿਮ ਜਿਹੜੇ ਹੈਗੇ ਸ਼ਰਧਾਲੂ ਉਹਨਾਂ ਨੇ ਦਿੱਤੀ ਆ। ਤੁਸੀਂ ਬਿਆਨ ਕੁਝ ਹੋਰ ਹੀ ਦਿੱਤਾ। ਇਹਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਨੇ। ਨਹੀਂ ਵੀਰ ਜੀ, ਪਤਾ ਕੀ ਗੱਲ ਹੈ, ਜੋ ਅਸੀਂ 2007 ਦੇ ਵਿੱਚ ਸਾਡੀਆਂ ਸਤਸੰਗਾਂ ਸੁਣੋ ਉਦੋਂ ਬਹੁਤ ਸਾਰੇ ਪੱਤਰਕਾਰ ਜਾਂਦੇ ਸੀਗੇ, ਠੀਕ ਹੈ ਜੀ। ਇਹ ਤਾਂ ਅੱਜ ਵੀਡੀਓ ਆਈ ਹੈ ਜਿਹੜੀ ਅੱਜ ਤੋਂ ਮਤਲਬ ਇਹ ਤਾਂ ਅਸੀਂ ਅੱਜ ਸੁਣ ਰਹੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਇਹ ਗੱਲ ਕਹੀ 2007 ਦੇ ਵਿੱਚ ਸਾਡੇ ਗੁਰੂ ਜੀ ਨੇ ਸਾਰੇ ਪੱਤਰਕਾਰਾਂ ਨੂੰ ਇੱਕੋ ਜਵਾਬ ਦਿੱਤਾ ਹੈ ਵੀ ਸਾਨੂੰ ਇਹ ਸਾਡਾ ਕੋਈ ਸੇਵਾਦਾਰ ਲੈ ਕੇ ਆਇਆ ਸੀ। ਹੁਣ ਸਵਾਲ ਤਾਂ ਇਹ ਵੀ ਹੈ ਕਿ ਕਿਸ ਦੇ ਬਿਆਨ ਦੇ ਉੱਤੇ ਯਕੀਨ ਕੀਤਾ ਜਾਵੇ, ਡੇਰਾ ਮੁਖੀ ਦੇ ਜਿਸ ਦੇ ਵੱਲੋਂ ਖੁਦ ਡਰੈਸ ਪਾਈ ਗਈ, ਜਾਂ ਵੀਰਪਾਲ ਕੌਰ ਤੇ ਜਿਸ ਦੇ ਕੋਲ ਆਪਣੇ ਦਾਅਵੇ ਦਾ ਕੋਈ ਸਬੂਤ ਨਹੀਂ। ਸਹੀ ਗੁਰਮੀਤ ਰਾਮ ਰਹੀਮ ਹੈ ਜਿਨੇ ਸਾਫ਼ ਕਿਹਾ ਕਿ ਇਹ ਡਰੈਸ ਹੈ ਜਿਹੜੀ ਕਿੱਥੋਂ ਆਈ।
ਕਿ ਕਿਸੇ ਮੁਸਲਿਮ ਸ਼ਰਧਾਲੂ ਨੇ ਦਿੱਤੀ, ਜਾਂ ਤੁਹਾਨੂੰ ਸਹੀ ਮੰਨੀਏ ਜਿਹੜਾ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਨਾਮ ਲੈ ਰਹੇ ਹੋ? ਨਹੀਂ, ਮੈਂ ਉਹਨਾਂ ਨੇ ਇਹ ਥੋੜੀ ਕਿਹਾ ਵੀ ਉਹਨਾਂ ਤਾਂ ਸਿਰਫ ਸਾਨੂੰ ਉਹ ਕਹਿੰਦੇ ਵੀ ਦਿੱਤੀ ਹੈ, ਮਤਲਬ ਦਿੱਤੀ ਦਾ ਮਤਲਬ ਉਹ ਐਂ ਕਹਿੰਦੇ ਵੀ ਕਿਸੇ ਮੁਸਲਮਾਨ ਸ਼ਰਧਾਲੂ ਨੇ ਸਾਨੂੰ ਪਕੜਾਤੀ। ਹੋ ਸਕਦਾ ਵੀ ਮਤਲਬ ਪਵਨ ਖਾਨ ਬਾਈ ਜੀ ਨੂੰ ਅੱਗੇ ਕਿਸੇ ਨੇ ਦਿੱਤੀ, ਗੁਰੂ ਜੀ ਕੋਲੇ ਤੱਕ ਉਹੀ ਜਾਂਦੇ ਸੀ ਨਾ ਜੀ। ਉਧਰ ਵੀਰਪਾਲ ਕੌਰ ਇੰਸਾ ਦੇ ਵੱਲੋਂ ਅਕਾਲੀ ਦਲ ਦੇ ਲੀਗਲ ਨੋਟਿਸ ਦਾ ਜਵਾਬ ਵੀ ਭੇਜਿਆ ਗਿਆ ਹੈ ਤੇ ਉਸ ਦੇ ਵਿੱਚ ਕੀ ਕਹਿੰਦੀ ਹੈ ਵੀਰਪਾਲ ਕੌਰ, ਉਹ ਵੀ ਤੁਹਾਨੂੰ ਦਿਖਾਣੇ ਆ। ਮੈਂ ਕਦੇ ਵੀ ਸੁਖਬੀਰ ਬਾਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੇ ਹਿੰਮਤ ਨਹੀਂ ਕੀਤੀ। ਮੇਰੇ ਗੁਰੂ ਦੀ ਸਿੱਖਿਆ ਅਨੁਸਾਰ ਸੁਖਬੀਰ ਬਾਦਲ ਵੀ ਉਸ ਰੱਬ ਦੇ ਬੱਚੇ ਨੇ। ਸੁਖਬੀਰ ਬਾਦਲ ਦੀ ਮੇਰੇ ਲਈ ਵੱਡੇ ਭਰਾ ਦੀ ਤਰ੍ਹਾਂ ਨੇ। ਉਹਨਾਂ ਦੇ ਪਿਤਾ ਮੇਰੇ ਲਈ ਪਿਤਾ ਸਮਾਨ ਨੇ। ਮੇਰੀ ਇੱਛਾ ਹੈ ਕਿ ਸੁਖਬੀਰ ਬਾਦਲ ਜੀ ਸੱਚੇ ਸਿੱਖ ਦੀ ਤਰ੍ਹਾਂ ਦੇਸ਼ ਦੀ ਸੇਵਾ ਕਰਨ। ਫਿਰ ਵੀ ਸੁਖਬੀਰ ਬਾਦਲ ਜੇ ਸਮਝਦੇ ਹਨ ਕਿ ਮੇਰੇ ਬਿਆਨ ਦੇ ਨਾਲ ਉਹਨਾਂ ਦੇ ਅਕਸ ਨੂੰ ਸੱਟ ਵੱਜੀ ਹੈ, ਮੈਂ ਮਾਫੀ ਮੰਗਦੀ ਹਾਂ। ਆਪਣੇ ਬਿਆਨ ਨੂੰ ਲੈ ਕੇ ਵਿਵਾਦ ਖੜਾ ਕਰਨ ਵਾਲੀ ਵੀਰਪਾਲ ਕੌਰ ਨੇ ਇੱਕ ਹੋਰ ਵਿਵਾਦ ਵੀ ਖੜਾ ਕਰ ਦਿੱਤਾ ਹੈ। ਅਕਾਲੀ ਦਲ ਦੇ ਨੋਟਿਸ ਦਾ ਜਵਾਬ ਜੋ ਵੀਰਪਾਲ ਨੇ ਭੇਜਿਆ, ਅਕਾਲੀ ਦਲ ਨੇ ਉਸ ਤੇ ਵੀ ਕਰੜਾ ਇਤਰਾਜ਼ ਜਤਾਇਆ ਤੇ ਇਲਜ਼ਾਮ ਲਗਾਇਆ ਕਿ ਵੀਰਪਾਲ ਕੌਰ ਨੇ ਰਾਮ ਰਹੀਮ ਦੀ ਗੁਰੂ ਸਹਿਬਾਨਾਂ ਦੇ ਨਾਲ ਤੁਲਨਾ ਕਰਕੇ ਬੇਅਦਬੀ ਕੀਤੀ ਹੈ ਤੇ ਵੀਰਪਾਲ ਦੇ ਖਿਲਾਫ 295A ਦੇ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਹੁਣ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ। ਜਿਹੜਾ ਸਿੱਖ ਕੌਮ ਨੇ ਇਤਰਾਜ਼ ਕੀਤਾ ਸੀ ਕਿ ਉਹਨੇ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਦਾ ਬਰਾਬਰੀ ਕੀਤੀ ਹੈ, ਇਸ ਗੱਲ ਦੇ ਉੱਤੇ ਜਿਹੜੀ ਹੈ ਸਾਡੇ ਲੋਕਾਂ ਨੇ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਕਿ ਉਹ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹ ਨੋਟਿਸ ਦੇ ਵਿੱਚ ਕੀ ਕਹਿ ਰਿਹਾ ਕਿ ਸਾਡੇ ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ ਬਲੈਸਫੇਮਸ ਹੈ। ਇਸ ਤੋਂ ਵੱਡਾ ਹੰਕਾਰ ਵੀ ਕਿਸੇ ਨੂੰ ਕੋਈ ਹੋ ਸਕਦਾ? ਉਹਨੂੰ ਕੰਪੇਅਰ ਕਰਕੇ ਇਹ ਮੈਂ ਸਮਝਦਾ ਬਹੁਤ ਵੱਡਾ ਗੁਨਾਹ ਆ, ਬੱਜਰ ਗੁਨਾਹ ਆ ਔਰ ਇਹ ਸਾਰੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਹਰਟ ਕਰਨ ਵਾਲੀ ਗੱਲ। ਇਸ ਕਰਕੇ ਇੱਕ ਤਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਹੈ ਕਿ ਅਸੀਂ ਪਾਰਟੀ ਵੱਲੋਂ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਹੈਗੇ ਆ 295A ਦੇ ਅੰਦਰ ਇਹਨਾਂ ਦੇ ਖਿਲਾਫ ਜਿਹੜੇ ਆ ਬੀਬੀ ਵੀਰਪਾਲ ਕੌਰ ਦੇ ਖਿਲਾਫ 295A ਦੇ ਤਹਿਤ ਕ੍ਰਿਮੀਨਲ ਫੌਜਦਾਰੀ ਕੇਸ ਰਜਿਸਟਰ ਕਰਨ ਵਾਸਤੇ ਐਪਲੀਕੇਸ਼ਨ ਦਿਆ। ਤਾਂ ਸਾਫ਼ ਹੈ ਕਿ ਵੀਰਪਾਲ ਕੌਰ ਡਰੈਸ ਵਿਵਾਦ ਨੂੰ ਲੈ ਕੇ ਦਿੱਤੇ ਬਿਆਨ ਤੇ ਕੋਈ ਵੀ ਤੱਥ ਜਾਂ ਸਬੂਤ ਦਿਖਾਉਣ ਦੇ ਵਿੱਚ ਸਮਰੱਥ ਨਜ਼ਰ ਨਹੀਂ ਆਈ ਤੇ ਹੁਣ ਸਵਾਲ ਤਾਂ ਇਹ ਵੀ ਹੈ ਕਿ ਆਖਿਰ 13 ਸਾਲ ਬਾਅਦ ਵੀਰਪਾਲ ਕੌਰ ਨੂੰ ਡਰੈਸ ਵਿਵਾਦ ਦੀ ਯਾਦ ਕਿਉਂ ਆਈ? ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਤਾਂ ਨਹੀਂ? ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤੇ ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।